ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਮਾਤਾ ਸਾਹਿਬ ਕੌਰ ਜੀ। ਖਾਲਸੇ ਦੀ ਮਾਤਾ ਹੋਣ ਦਾ ਬਹੁਤ ਹੀ ਵੱਡਾ ਸੁਭਾਗ ਹੈ, ਮਾਣ ਹੈ ਮਾਤਾ ਸਾਹਿਬ ਕੌਰ ਜੀ ਨੂੰ। ਮਾਤਾ ਸਾਹਿਬ ਕੌਰ ਜੀ ਬਾਰੇ ਆਓ ਕੁਝ ਜਾਣਦੇ ਹਾਂ। ਬੱਚੇ ਦੀ ਅਸਲ ਪਹਿਚਾਣ ਉਸ ਦੀ ਮਾਂ ਤੋਂ ਹੁੰਦੀ ਹੈ। ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਸੰਜਮ ਦੀ ਰਹਿਣੀ ਬਹਿਣੀ, ਆਚਾਰ ਵਿਚਾਰ ਸਿਖਾਉਂਦੀ ਹੈ। ਫਿਰ ਪਾਲਣ ਵੇਲੇ ਆਪਣੇ ਬਾਹਾਂ ਦੇ ਘੇਰੇ ਵਿੱਚ ਲੈ ਕੇ ਉਸੇ ਨੂੰ ਲਾਡ ਤੇ ਪਿਆਰ ਨਾਲ ਆਪਣੇ ਨਾਲ ਲਗਾ ਕੇ ਸੀਨੇ ਦੀ ਧੜਕਣ ਦੀਆਂ ਲੋਰੀਆਂ ਸੁਣਾ ਕੇ ਵੱਡਾ ਕਰਦੀ ਹੈ। ਪਰ ਜੇ ਮਾਂ ਇੱਕ ਨਹੀਂ, ਦੋ ਨਹੀਂ, ਬਲਕਿ ਪੂਰੇ ਜਗਤ ਦੀ ਮਾਤਾ ਉਸ ਦੀ ਪਾਲਣਹਾਰ ਹੋਵੇ ਤਾਂ ਉਸ ਦਾ ਮਾਣ ਹੋਰ ਵੀ ਵੱਧ ਜਾਂਦਾ ਹੈ। ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇ ਇੱਕ ਕ੍ਰਿਸ਼ਨ ਜੀ ਨੂੰ ਯਸ਼ੋਦਾ ਨੇ ਪਾਲ ਯਸ਼ ਪਾਇਆ ਤਾਂ ਕਿ ਖਾਲਸੇ ਨੂੰ ਪਾਲਣ ਵਾਲੀ ਮਾਤਾ ਸਾਹਿਬ ਕੌਰ ਦਾ ਦਰਜਾ ਕਿਸ ਤੋਂ ਘੱਟ ਹੈ। ਲੋਕ ਮਾਤਾ ਦਾ ਪਿਆਰ ਹਰ ਬੱਚੇ ਲਈ ਹੁੰਦਾ ਹੈ। ਇਹ ਵੀ ਸੱਚ ਹੈ ਕਿ ਜੇ ਈਸਾ ਦੀ ਮਾਂ ਮਰੀਅਮ ਨੂੰ ਉਸ ਦਾ ਨਾਮ ਲੇਵੇ ਜਨਮ ਦੇਣ ਕਾਰਨ ਪੂਜਦੇ ਹਨ ਤਾਂ ਖਾਲਸਾ ਪੰਥ ਦੀ ਆਪਣੀ ਪਾਲਣਹਾਰੀ ਮਾਂ ਸਾਹਿਬ ਕੌਰ ਨੂੰ ਉਸੇ ਆਦਰ ਸਹਿਤ ਯਾਦ ਕਰਦੇ ਹਨ। ਸੋ ਜਨਮ ਦੇ ਨਾਲ ਪਾਲਣ ਵਾਲੀ ਵੀ ਉਤਨਾ ਵੱਡਾ ਸਥਾਨ ਰੱਖਦੀ ਹੈ। ਮਾਤਾ ਸਾਹਿਬ ਕੌਰ ਜਗਤ ਮਾਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਸੀ। ਆਪਣੇ ਪਿਛਲੇ ਤਪ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਰੀ ਗਈ, ਵਿਆਹੀ ਗਈ। ਮਾਤਾ ਸਾਹਿਬ ਕੌਰ ਰੋਹਤਾਸ ਜੇਹਲਮ ਨਿਵਾਸੀ ਭਾਈ ਰਾਮੂ ਬੱਸੀ ਦੀ ਸਪੁੱਤਰੀ ਸੀ। ਆਪ ਜੀ ਦਾ ਜਨਮ ਦਿਨ ਬੁੱਧਵਾਰ 18 ਕੱਤਕ ਸੰਮਤ 1738 ਬਿਕਰਮੀ ਨੂੰ ਅੰਮ੍ਰਿਤ ਵੇਲੇ ਮਾਤਾ ਜਸ ਦੇਵੀ ਦੀ ਪਵਿੱਤਰ ਕੁੱਖੋਂ ਹੋਇਆ। ਰੋਹਤਾਸ ਉਹ ਭਾਗਾਂ ਵਾਲਾ ਸ਼ਹਿਰ ਹੈ ਜਿੱਥੇ ਸ੍ਰੀ ਗੁਰੂ ਨਾਨਕ ਜੀ ਕਾਬਲ ਕੰਧਾਰ ਤੋਂ ਪਸ਼ੌਰ ਨੌਸ਼ਹਿਰੇ ਦੇ ਰਸਤਿਓਂ ਵਾਪਸ ਹੁੰਦੇ ਹੋਏ ਆਏ ਸਨ। ਇੱਥੋਂ ਦੀ ਧਰਤੀ ਹਰੀ ਭਰੀ ਸੀ। ਪੰਜਾਬ ਦੀ ਸਭ ਤੋਂ ਵੱਧ ਹਰਿਆਵਲ ਕਹਿੰਦੇ ਹਨ ਇੱਥੇ ਹੀ ਪਾਈ ਜਾਂਦੀ ਹੈ। ਇਸੇ ਰੋਹਤਾਸ ਵਿੱਚ ਗੁਰੂ ਸਾਹਿਬ ਦੀ ਦ੍ਰਿਸ਼ਟੀ ਪੈਣ ਨਾਲ ਖਾਰਾ ਪਾਣੀ ਮਿੱਠਾ ਹੋਇਆ ਸੀ ਅਤੇ ਹੁਣ ਤੱਕ ਸੁਹਾਣੇ ਚਸ਼ਮੇ ਰਾਹੀਂ ਵਹਿ ਹਿਰਦੇ ਠਾਰ ਰਿਹਾ ਹੈ। ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਸਬਰ ਸੰਤੋਖ ਵਿੱਚ ਰਹਿਣ ਦਾ ਉਪਦੇਸ਼ ਇਹ ਆਖ ਕੇ ਕੀਤਾ ਸੀ ਕਿ ਅਤੀਤਾਂ ਨੂੰ ਸਿਰ ਤੇ ਪਈ ਸਿਰ ਮੱਥੇ ਝੱਲਣੀ ਚਾਹੀਦੀ ਹੈ, ਸ਼ਿਕਵੇ ਉਲਾਮੇ ਨਹੀਂ ਕਰਨੇ ਚਾਹੀਦੇ। ਮਾਤਾ ਜੀ ਦਾ ਇੱਕ ਭਰਾ ਵੀ ਸੀ ਜਿਸ ਦਾ ਨਾਂ ਸਾਹਿਬ ਚੰਦ ਸੀ। ਜੇ ਮਾਤਾ ਸਾਹਿਬ ਕੌਰ ਨੂੰ ਮਾਂ ਨਾਲ ਸਨਮਾਨਿਆ ਹੈ ਤਾਂ ਉਹਨਾਂ ਦੇ ਭਰਾ ਵੀ ਖਾਲਸੇ ਦੇ ਮਾਮੇ ਹੋਣ ਕਾਰਨ ਪ੍ਰਸਿੱਧ ਹਨ। ਸਾਹਿਬ ਕੌਰ ਜੀ ਬਚਪਨ ਵਿੱਚ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਉਹਨਾਂ ਵਿੱਚ ਸਾਰੇ ਗੁਣ ਸਨ ਜੋ ਸਦਾਚਾਰੀ ਵਿਅਕਤੀ ਵਿੱਚ ਹੁੰਦੇ ਹਨ। ਸਡੋਲ ਸਰੀਰ, ਨੂਰਾਨੀ ਆਤਮਾ, ਗੁਲਾਬ ਦੇ ਫੁੱਲ ਵਰਗਾ ਹਸੂ ਹਸੂ ਕਰਦਾ ਚਿਹਰਾ, ਬੋਲਾਂ ਵਿੱਚ ਮਿਠਾਸ, ਨਿਮਰਤਾ, ਸੰਤੋਖ, ਖਿਮਾ ਵਾਲੇ ਸਾਰੇ ਹੀ ਗੁਣ ਉਹਨਾਂ ਵਿੱਚ ਬਚਪਨ ਤੋਂ ਹੀ ਪਾਏ ਜਾਂਦੇ ਸਨ। ਤਾਂ ਹੀ ਮਾਤਾ ਜੀ ਪਰਿਵਾਰ ਵਿੱਚ ਨਹੀਂ ਸਗੋਂ ਸਾਰੇ ਪਿੰਡ ਵਿੱਚ ਹਰਮਨ ਪਿਆਰੇ ਬਣੇ ਹੋਏ ਸਨ। ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸਨ। ਜਦ ਸਾਹਿਬ ਦੇਵਾਂ ਜ਼ਰਾ ਕੁ ਵੱਡੀ ਹੋਈ, ਜਪਜੀ ਸਾਹਿਬ, ਰਹਿ ਰਾਸ, ਕੀਰਤਨ ਸੋਹਿਲਾ ਸ਼ਬਦ ਕੰਠ ਕਰ ਲਏ। ਸਾਰੀਆਂ ਸੰਗਤਾਂ ਉਹਨਾਂ ਦੇ ਮੁਖੋਂ ਪਾਠ ਸੁਣ ਨਿਹਾਲ ਹੁੰਦੀਆਂ ਤੇ ਲੋਕੀ ਚੁੰਬਕੀ ਸ਼ਕਤੀ ਵਾਂਗ ਉਹਨਾਂ ਮੁਖੋਂ ਸ਼ਬਦ ਸੁਣਨ ਲਈ ਖਿੱਚੇ ਚਲੇ ਆਉਂਦੇ। ਇਹਨਾਂ ਦੇ ਗੁਣਾਂ ਦੀ ਚਰਚਾ ਪਿੰਡ ਵਿੱਚ ਹੀ ਨਹੀਂ ਸਗੋਂ ਆਸ-ਪਾਸ ਦੇ ਪਿੰਡਾਂ ਵਿੱਚ ਵੀ ਹੋਣ ਲੱਗੀ। ਸੁਗੰਧੀ ਫੈਲਦਿਆਂ ਕੀ ਦੇਰ ਲੱਗਦੀ ਹੈ। ਲੰਗਰ ਦੀ ਸੇਵਾ ਵੀ ਮਾਤਾ ਜੀ ਆਪਣੇ ਹੱਥੀਂ ਕਰਦੇ। ਗੁਣਾਂ ਕਾਰਨ ਮਾਤਾ ਜੀ ਦਾ ਸਤਿਕਾਰ ਸਾਰੇ ਇਲਾਕੇ ਵਿੱਚ ਹੋਣ ਲੱਗਾ। ਜਦੋਂ ਸਾਹਿਬ ਕੌਰ ਜੀ 15 ਸਾਲਾਂ ਦੀ ਅਵਸਥਾ ਵਿੱਚ ਸਰਵ ਗੁਣਾਂ ਨਾਲ ਭਰਪੂਰ ਮੁਟਿਆਰ ਹੋ ਗਈ ਤਾਂ ਮਾਤਾ ਪਿਤਾ ਨੇ ਵਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਮਾਤਾ ਪਿਤਾ ਸਾਹਿਬ ਕੌਰ ਜੀ ਦਾ ਗੁਰੂ ਘਰ ਵੱਲ ਪਿਆਰ ਤੇ ਸ਼ਰਧਾ ਨੂੰ ਜਾਣਦੇ ਸਨ, ਸੋ ਉਹਨਾਂ ਵਰ ਵੀ ਸਿੱਖ ਘਰਾਣੇ ਵਿੱਚੋਂ ਹੀ ਭਾਲਣਾ ਸ਼ੁਰੂ ਕੀਤਾ ਤਾਂ ਕਿ ਬੀਬੀ ਜੀ ਦੀ ਸਿੱਖੀ ਸ਼ਰਧਾ ਵਿੱਚ ਰੋਕ ਨਾ ਪਵੇ। ਬੜੀ ਜਗ੍ਹਾ ਦੇਖਭਾਲ ਕਰਦਿਆਂ ਜਦ ਕਾਫੀ ਸਮਾਂ ਬੀਤ ਗਿਆ ਤਾਂ ਮਾਤਾ ਪਿਤਾ ਇਹ ਕਾਰਜ ਲੰਮਾ ਪੈ ਜਾਣ ਕਾਰਨ ਬੜੇ ਉਦਾਸ ਹੋਏ।
ਕਈ ਵਾਰੀ ਕਲਗੀਧਰ ਅੱਗੇ ਅਰਦਾਸ ਵੀ ਕਰਦੇ। ਬੀਬੀ ਜੀ ਦੇ ਰਿਸ਼ਤੇ ਕਿਤੇ ਵਿਧ ਬਣੇ। ਉਹ ਨਹੀਂ ਸਨ ਜਾਣਦੇ ਕਿ ਇਹ ਅਮੋਲ ਮੋਤੀ ਅਮੋਲ ਮਾਲਾ ਵਿੱਚ ਹੀ ਪਰੋਇਆ ਜਾਣਾ ਹੈ। ਬੀਬੀ ਸਾਹਿਬ ਦੇਵਾਂ ਨੇ ਵੀ ਰਿਸ਼ਤੇ ਬਾਰੇ ਮਾਤਾ ਪਿਤਾ ਨੂੰ ਸਲਾਹ ਕਰਦੇ ਸੁਣਿਆ ਤਾਂ ਉਹਨਾਂ ਆਪਣੇ ਪੁਰਾਣੇ ਜਨਮ ਦੇ ਸੰਜੋਗ ਬਾਰੇ ਦੱਸਿਆ ਤੇ ਕਿਹਾ ਉਹ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਬੱਧੀ ਹੋਈ ਹੈ। ਮਾਤਾ ਸਾਹਿਬ ਕੌਰ ਜੀ ਨੇ ਆਪਣੇ ਪਿਛਲੇ ਜਨਮ ਬਾਰੇ ਦੱਸਿਆ ਕਿ ਪਿਛਲੇ ਜਨਮ ਵਿੱਚ ਨੰਦੇੜ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਤਪ ਕਰਦੇ ਸਨ ਤਾਂ ਉਹਨਾਂ ਕੋਲ ਹੋਰ ਵੀ ਤਪੀ ਗਿਆਨੀ ਕਠਿਨ ਤਪ ਕਰਨ ਲੱਗੇ ਹੋਏ ਸਨ। ਉਹਨਾਂ ਵਿੱਚੋਂ ਇੱਕ ਮੈਂ ਵੀ ਸਾਂ। ਜਦ ਤਪ ਕਰਦਿਆਂ ਮੈਨੂੰ ਆਉਣ ਵਾਲੇ ਸਮੇਂ ਦਾ ਗਿਆਨ ਹੋ ਗਿਆ ਤਾਂ ਮੈਨੂੰ ਪਤਾ ਲੱਗਾ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਜਗਤ 'ਤੇ ਆ ਕੇ ਖਾਲਸੇ ਪੰਥ ਦੀ ਸਾਜਨਾ ਕਰਨਗੇ। ਮੈਂ ਤਦ ਤੱਕ ਗੁਰੂ ਚਰਨਾਂ ਅੱਗੇ ਬੇਨਤੀ ਕੀਤੀ ਕਿ ਮੈਂ ਇਹ ਸਮਾਂ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੀ ਹਾਂ ਅਤੇ ਚਿੱਤ ਕਰਦਾ ਹੈ ਕਿਸੇ ਰੂਪ ਵਿੱਚ ਆਪ ਦਾ ਹੱਥ ਵਟਾਵਾਂ। ਉਸ ਵਕਤ ਗੁਰੂ ਜੀ ਨੇ ਕਿਹਾ ਕਿ ਤੁਸੀਂ ਵੀ ਉਸ ਵਕਤ ਸਾਡੇ ਨਾਲ ਹੋਵੋਗੇ ਤੇ ਖਾਲਸੇ ਦੀ ਮਾਤਾ ਕਹਿਲਾਉਣ ਦਾ ਮਾਣ ਪ੍ਰਾਪਤ ਕਰੋਗੇ ਤੇ ਸਿੱਖ ਘਰ ਹੀ ਜਨਮ ਲਓਗੇ। ਇਸੇ ਤਰ੍ਹਾਂ ਉਸ ਮਹਾਂਪ੍ਰਭੂ ਦੇ ਵਾਕਾਂ ਅਨੁਸਾਰ ਹੁਣ ਮੈਂ ਉਸੇ ਚਰਨਾਂ ਵਿੱਚ ਅਰਦਾਸ ਕਰਦੀ ਹਾਂ, ਤਰਲੇ ਲੈਂਦੀ ਹਾਂ ਕਿ ਇਹ ਸਰੀਰ ਇਸ ਜਨਮ ਵਿੱਚ ਆਪ ਦੀ ਅਮਾਨਤ ਹੈ, ਆਪ ਹੀ ਸੰਭਾਲੋ। ਸਾਹਿਬ ਕੌਰ ਨੇ ਗੁਰੂ ਜੀ ਅੱਗੇ ਅਰਦਾਸ ਕਰਦੇ ਮਨ ਨਾਲ ਕਿਹਾ, ਮੇਰੇ ਮਾਤਾ ਪਿਤਾ ਮੇਰਾ ਰਿਸ਼ਤਾ ਕਿਸੇ ਹੋਰ ਜਗ੍ਹਾ ਕਰਨ ਦਾ ਯਤਨ ਕਰਦੇ ਪਏ ਹਨ, ਕਿਤੇ ਧੀਰਜ ਹਿੱਲ ਨਾ ਜਾਵੇ। ਘੱਟ ਘੱਟ ਤੇ ਜਾਣਨਹਾਰ ਮੇਰੀ ਪੀੜਾ ਜਾਣੋ ਤੇ ਇਸ ਦੁਨਿਆਵੀ ਰਿਸ਼ਤੇ ਦਾ ਅੰਤਮ ਫੈਸਲਾ ਕਰੋ ਤਾਂ ਕਿ ਭਟਕਣਾ ਦੂਰ ਹੋਵੇ ਤੇ ਉਹ ਸੁਰਖਰੂ ਹੋਣ। ਸਾਹਿਬ ਦੇਵਾਂ ਨੂੰ ਇੰਜ ਮਹਿਸੂਸ ਹੋਇਆ ਕਿ ਕਲਗੀਧਰ ਆਪ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਬੁਲਾ ਰਹੇ ਹਨ। ਸਾਹਿਬ ਕੌਰ ਨੇ ਸਾਰਾ ਅਨੁਭਵ ਆਪਣੀ ਮਾਤਾ ਜੀ ਨੂੰ ਦੱਸਿਆ ਤਾਂ ਮਾਤਾ ਪਿਤਾ ਜਿਨ੍ਹਾਂ ਦਾ ਆਪਣੀ ਸਪੁੱਤਰੀ 'ਤੇ ਪਹਿਲਾਂ ਹੀ ਯਕੀਨ ਸੀ ਪ੍ਰਸੰਨ ਚਿੱਤ ਹੋ ਗਏ। ਪਰ ਗੁਰੂ ਜੀ ਦੇ ਉੱਚ ਅਪਾਰ ਮਰਤਬੇ ਨੂੰ ਮੁੱਖ ਰੱਖ ਕੇ ਸੋਚੀ ਪੈ ਗਏ ਕਿ ਸਾਡੇ ਗਰੀਬਾਂ ਦੀ ਲੜਕੀ ਦਾ ਰਿਸ਼ਤਾ ਗੁਰੂ ਜੀ ਕਿਵੇਂ ਕਬੂਲ ਕਰਨਗੇ। ਬੀਬੀ ਜੀ ਦੇ ਅਨੁਭਵ ਨੂੰ ਸਹੀ ਜਾਣ ਸਾਰੀ ਪੋਠੋਹਾਰ ਦੀ ਸੰਗਤ ਨੂੰ ਇਕੱਠਾ ਕੀਤਾ। ਸੰਗਤਾਂ ਗੁਰੂ ਰੂਪ ਹੀ ਹੁੰਦੀਆਂ ਹਨ। ਬੀਬੀ ਦੇ ਰਿਸ਼ਤੇ ਦਾ ਅਰਦਾਸ ਸੰਗਤਾਂ ਨੇ ਕਲਗੀਧਰ ਜੀ ਨਾਲ ਸੋਧ ਦਿੱਤਾ। ਪੋਠੋਹਾਰ ਦੀਆਂ ਸੰਗਤਾਂ ਆਪਣੇ ਇਲਾਕੇ ਦਾ ਰਿਸ਼ਤਾ ਗੁਰੂ ਘਰ ਨਾਲ ਜੋੜ ਕੇ ਗਦ-ਗਦ ਹੋ ਪਈਆਂ। ਸਾਰੀਆਂ ਸੰਗਤਾਂ ਫਿਰ ਅਨੰਦਪੁਰ ਵੱਲ ਚੱਲ ਪਈਆਂ। ਭਾਈ ਰਾਮੂ ਜੀ ਗੁਰੂ ਜੀ ਦੇ ਦਰਬਾਰ ਪੁੱਜੇ ਤੇ ਗਲ ਵਿੱਚ ਪੱਲਾ ਪਾ ਕੇ ਹੱਥ ਬੰਨੀ ਬੜੀ ਸ਼ਰਧਾ ਨਾਲ ਹਜ਼ੂਰ ਅੱਗੇ ਬੇਨਤੀ ਕੀਤੀ ਕਿ ਪੋਠੋਹਾਰ ਦੀ ਸੰਗਤ ਨੇ ਇਹ ਅਰਦਾਸ ਕੀਤੀ ਹੈ ਕਿ ਮੈਂ ਆਪਣੀ ਸਪੁੱਤਰੀ ਸਾਹਿਬ ਦੇਵਾਂ ਦਾ ਡੋਲਾ ਆਪਣੇ ਪੂਜ ਦਸਮ ਗੁਰੂ ਦੇ ਚਰਨਾਂ 'ਤੇ ਭੇਂਟ ਕਰਾਂ। ਆਪ ਮਿਹਰ ਕਰ ਮਹਿਲੀ ਵਾਸਾ ਦਿਓ। ਦਸਮ ਪਿਤਾ ਨੇ ਕੋਈ ਉੱਤਰ ਨਾ ਦਿੱਤਾ। ਸੰਗਤਾਂ ਨੇ ਰਾਮੂ ਜੀ ਵਾਲੀ ਹੀ ਬੇਨਤੀ ਕੀਤੀ। ਚਾਹੇ ਗੁਰੂ ਜੀ ਪਿਛਲੀ ਅਗਲੀ ਸਭ ਗੱਲ ਜਾਣਦੇ ਸਨ। ਉਹਨਾਂ ਇਤਨਾ ਕਿਹਾ, ਸਾਧ ਸੰਗਤ ਗ੍ਰਹਿਸਥ ਜੀਵਨ ਦੀ ਮਰਿਆਦਾ ਪੂਰਨ ਕਰ ਚੁੱਕੇ ਹਾਂ। ਹੁਣ ਇਹ ਅਸੰਭਵ ਜਿਹੀ ਬਾਤ ਹੈ। ਇਤਨਾ ਸੁਣਨਾ ਸੀ ਤਾਂ ਰਾਮੂ ਜੀ ਨੇ ਕਿਹਾ ਕਿ ਸੰਗਤਾਂ ਸਾਹਿਬ ਕੌਰ ਨੂੰ ਮਾਤਾ ਕਹਿ ਕੇ ਪੁਕਾਰਦੀਆਂ ਹਨ। ਹੁਣ ਲਾਜ ਤੁਹਾਡੇ ਹੱਥ ਹੈ। ਕਲਗੀਆਂ ਵਾਲੇ ਨੇ ਫਰਮਾਇਆ, ਸਾਹਿਬ ਕੌਰ ਕੋਲੋਂ ਪੁੱਛ ਲਵੋ, ਜੇ ਕੁਆਰਾ ਡੋਲਾ ਰਹਿ ਸਕਦੀ ਹੈ ਤਾਂ ਮਹਿਲਾਂ ਵਿੱਚ ਵਾਸਾ ਹੋ ਸਕਦਾ ਹੈ। ਇਹ ਸੁਣਦੇ ਸਾਰ ਸਾਹਿਬ ਕੌਰ ਨੇ ਸਿਰ ਝੁਕਾਇਆ। ਆਨੰਦ ਕਾਰਜ ਦੀ ਮਰਿਆਦਾ ਬਾਬਾ ਬੁੱਢਾ ਜੀ ਦੇ ਅੰਸ਼ ਭਾਈ ਰਾਮ ਕੋਇਰ ਨੇ ਨਿਭਾਈ। ਮਾਤਾ ਗੁਜਰੀ ਜੀ ਨੇ ਬੜਾ ਸਨੇਹ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1756 ਦੀ ਵਿਸਾਖੀ ਨੂੰ ਖੰਡੇ ਦਾ ਅੰਮ੍ਰਿਤ ਛਕਾਉਣ ਦੀ ਮਰਿਆਦਾ ਕਾਇਮ ਕੀਤੀ। ਉਸ ਦਿਨ ਜਿੱਥੇ ਕਿਤਨੇ ਹੋਰ ਹੁਕਮ ਕੀਤੇ, ਉੱਥੇ ਮਾਤਾ ਸਾਹਿਬ ਕੌਰ ਦੀ ਗੋਦ ਖਾਲਸੇ ਨੂੰ ਪਾਇਆ ਤੇ ਖਾਲਸੇ ਦੀ ਮਾਂ ਹੋਣ ਦਾ ਐਲਾਨ ਕੀਤਾ ਅਤੇ ਨਾਲ ਹੀ ਸਾਹਿਬ ਕੌਰ ਨੂੰ ਕਿਹਾ, ਤੁਸੀਂ ਰੋਜ਼ ਆਖਦੇ ਸੀ ਮੇਰੀ ਗੋਦ ਕਦ ਹਰੀ ਹੋਵੇਗੀ। ਲੈ ਹੁਣ ਪੁੱਤਰ ਖਾਲਸਾ ਤੇਰੇ ਭਇਓ, ਗੋਦ ਪਏ ਹਮ ਤੋਹ ਕੇ ਦਇਓ। ਮਾਤਾ ਸਾਹਿਬ ਕੌਰ ਜੀ ਨੇ ਗੁਰੂ ਕੇ ਮਹਿਲ ਆ ਕੇ ਆਪਣਾ ਨਿਤ ਕਰਮ ਉਸੇ ਤਰ੍ਹਾਂ ਹੀ ਰੱਖਿਆ। ਹਰ ਰੋਜ਼ ਸਵਾ ਪਹਿਰ ਦੇ ਤੜਕੇ ਉੱਠ ਕੇ ਇਸ਼ਨਾਨ ਕਰਦੇ, ਨਿਤਨੇਮ ਦਾ ਪਾਠ ਕਰਦੇ। ਉਹਨਾਂ ਇੱਕ ਗੱਲ ਦਾ ਨਿਰਣਾ ਵੀ ਲਿਆ ਕਿ ਰੋਜ਼ ਕਲਗੀ ਵਾਲੇ ਦੇ ਦਰਸ਼ਨ ਕਰਕੇ ਹੀ ਅੰਨ ਮੂੰਹ ਵਿੱਚ ਪਾਉਣਾ ਹੈ। ਇੱਥੋਂ ਤੱਕ ਲਿਖਿਆ ਹੈ, ਜੇ ਕਿਸੇ ਕਾਰਨ ਤੇ ਦਰਸ਼ਨ ਨਾ ਹੋਏ, ਉਸ ਦਿਨ ਖਾਏ ਆਹਰ ਨਾ ਕੋਏ।
ਮਾਤਾ ਸਾਹਿਬ ਕੌਰ ਸਾਰੇ ਪਰਿਵਾਰ ਨੂੰ ਬੜਾ ਆਦਰ ਮਾਣ ਦਿੰਦੇ। ਜਿਤਨਾ ਸੰਜਮ ਮਾਤਾ ਸਾਹਿਬ ਕੌਰ ਨੇ ਜੀਵਨ ਭਰ ਰੱਖਿਆ, ਉਤਨਾ ਹੀ ਸਿੱਖਾਂ ਵਿੱਚ ਆ ਗਿਆ। ਮਾਂ ਮਤ ਦੀ ਮੂਰਤ ਸੀ। ਖਾਲਸਾ ਵੀ ਅਕਲਾਂ ਦਾ ਕੋਟ ਕਹਿਲਾਇਆ। ਮਾਂ ਨੇ ਅਥਾਹ ਦਾ ਆਚਰਨ ਰੱਖਿਆ ਅਤੇ ਖਾਲਸੇ ਜਿਹਾ ਵੀ ਜਤੀ ਸਤੀ ਕੋਈ ਹੋਇਆ ਨਹੀਂ। ਕਾਜ਼ੀ ਨੂਰਦੀਨ ਵਰਗਿਆਂ ਲਿਖਿਆ ਹੈ ਕਿ ਸਿੱਖਾਂ ਵਿੱਚ ਵਿਭਚਾਰ ਵਾਲੀ ਕੋਈ ਚੀਜ਼ ਨਹੀਂ। ਦੁਸ਼ਮਣ ਦੀ ਮਾਂ ਬੇਟੀ ਨੂੰ ਵੀ ਆਪਣੀ ਮਾਂ ਬੇਟੀ ਸਮਝਦੇ ਹਨ। ਮਾਤਾ ਜੀ ਨੇ 3 ਆਦਰਸ਼ ਅਪਣਾਏ ਜਿਨ੍ਹਾਂ 'ਤੇ ਜ਼ਿੰਦਗੀ ਭਰ ਪਹਿਰਾ ਦਿੱਤਾ। 3 ਆਦਰਸ਼ ਸਨ: ਸਦਾ ਸਿਮਰਨ ਕਰਦੇ ਰਹਿਣਾ, ਦਸ਼ਮੇਸ਼ ਪਿਤਾ ਦਾ ਦਰਸ਼ਨ ਕਰ ਨਿਹਾਲ ਰਹਿਣਾ, ਖਾਲਸੇ ਪੁੱਤ ਦੀ ਦਾਤ ਨੂੰ ਵੱਧਦਾ ਫੁੱਲਦਾ ਦੇਖ ਕੇ ਸੰਤੁਸ਼ਟ ਹੋਣਾ। ਮਾਤਾ ਜੀ ਬਹੁਤ ਘੱਟ ਬੋਲਦੇ ਸਨ। ਪਹਿਰਾਵਾ ਵੀ ਬੜਾ ਸਾਦਾ ਰੱਖਦੇ ਸਨ। ਮਾਤਾ ਸੁੰਦਰੀ ਜੀ ਦਾ ਸਾਹਿਬ ਕੌਰ ਜੀ ਪੂਰਨ ਸਤਿਕਾਰ ਕਰਦੇ। ਯਾਦ ਰਹੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਜਦ ਕੁਝ ਚੁਗਲਖੋਰਾਂ ਨੇ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਵਿੱਚ ਦੁਫਾੜ ਪਾਉਣਾ ਚਾਹਿਆ ਤਾਂ ਮਾਤਾ ਸਾਹਿਬ ਕੌਰ ਨੇ ਇੱਕ ਉਚੇਚਾ ਹੁਕਮਨਾਮਾ ਖਾਲਸਾ ਪੰਥ ਦੇ ਨਾਂ ਜਾਰੀ ਕਰਕੇ ਲਿਖਿਆ ਕਿ ਗੁਰੂ ਕਾ ਘਰ ਇੱਕ ਜਾਣਨਾ, ਬਿਖਰੇਵਾਂ ਨਹੀਂ ਪਾਉਣਾ, ਐਸੇ ਸ਼ਾਤਰਾਂ ਤੋਂ ਬਚਣਾ। ਮਾਤਾ ਸੁੰਦਰੀ ਦੀ ਆਗਿਆ ਉਹਨਾਂ ਦੀ ਹੀ ਆਗਿਆ ਹੈ। ਮਾਤਾ ਸੁੰਦਰੀ ਜੀ ਦੀ ਆਗਿਆ ਲੈ ਕੇ ਹਰ ਕੰਮ ਕਰਦੇ। ਚਾਰੇ ਸਾਹਿਬਜ਼ਾਦਿਆਂ ਦੀ ਸੰਭਾਲ ਵੀ ਮਾਤਾ ਸਾਹਿਬ ਕੌਰ ਜੀ ਨੇ ਆਪ ਹੀ ਕੀਤੀ। ਆਪਣੀ ਸੱਸ ਮਾਤਾ ਗੁਜਰੀ ਦੀ ਸੇਵਾ ਦਿਲ ਲਗਾ ਕੇ ਕਰਦੇ। ਸਰਸਾ ਕਿਨਾਰੇ ਜਦ ਪਰਿਵਾਰ ਵਿਛੋੜਾ ਹੋ ਗਿਆ ਤਾਂ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਨਾਲ ਰੱਖਿਆ। ਵੱਡੇ ਸਾਹਿਬਜ਼ਾਦੇ 5 ਪਿਆਰੇ ਗੁਰੂ ਜੀ ਦੇ ਨਾਲ ਰੋਪੜ ਤੇ ਚਮਕੌਰ ਸਾਹਿਬ ਚਲੇ ਗਏ। ਮਾਤਾ ਸੁੰਦਰੀ ਜੀ ਅਤੇ ਸਾਹਿਬ ਕੌਰ ਜੀ ਦਾਸੀਆਂ ਬੀਬੀ ਭਾਗੋ ਤੇ ਬੀਬੋ ਨਾਲ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਚੱਲ ਪਏ। ਪਹਿਲਾਂ ਹਰਿਦੁਆਰ ਤੇ ਫਿਰ ਦਿੱਲੀ ਆ ਟਿਕਾਣਾ ਕੀਤਾ। ਉੱਥੋਂ ਹੀ ਕਲਗੀਆਂ ਵਾਲੇ ਦਾ ਦਮਦਮਾ ਸਾਹਿਬ ਆਉਣਾ ਸੁਣ ਦਮਦਮਾ ਸਾਹਿਬ ਆਏ। ਮਾਤਾ ਸਾਹਿਬ ਕੌਰ ਲਈ ਗੁਰੂ ਜੀ ਨੂੰ ਛੱਡ ਦਿੱਲੀ ਵੱਲ ਜਾਣਾ ਬੜਾ ਕਠਨ ਲੱਗਦਾ ਸੀ। ਉਹ ਤਾਂ ਦਰਸ਼ਨ ਕੀਤੇ ਬਗੈਰ ਕੁਝ ਗ੍ਰਹਿਣ ਤੱਕ ਨਹੀਂ ਸਨ ਕਰਦੇ। ਜੱਕੋ ਤੱਕੇ ਵਿੱਚ ਦੇਖ ਕੇ ਗੁਰੂ ਜੀ ਨੇ ਪੋਥੀ ਤੇ ਕਟਾਰ ਸੀ ਦਿੱਤੀ ਤੇ ਫਰਮਾਇਆ ਸੀ ਕਿ ਪੋਥੀ ਪਰਮੇਸ਼ਰ ਦਾ ਸਥਾਨ ਹੈ। ਪਾਠ ਦੀਦਾਰ ਹੀ ਸਾਡੇ ਘਰ ਪ੍ਰਵਾਨ ਹੈ। ਹੁਣ ਤੱਕ ਅਸੀਂ ਅਰਦਾਸ ਵਿੱਚ ਪਾਠ ਦੀਦਾਰ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਹਾਂ। ਦਮਦਮਾ ਸਾਹਿਬ ਤੋਂ ਗੁਰੂ ਜੀ ਨਾਲ ਹੀ ਮਾਤਾ ਸਾਹਿਬ ਕੌਰ ਜੀ ਦਿੱਲੀ ਆਏ। ਉੱਥੋਂ ਥੋੜ੍ਹਾ ਚਿਰ ਰਹਿ ਕੇ ਨੰਦੇੜ ਦੱਖਣ ਵੱਲ ਨਾਲ ਹੋ ਪਏ। ਇਹ ਯਾਦ ਰਵੇ ਕਿ ਮਾਤਾ ਸੁੰਦਰੀ ਜੀ ਦਿੱਲੀ ਹੀ ਟਿਕ ਰਹੇ ਸਨ। ਗੁਰੂ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਤੋਂ ਮਾਤਾ ਸੁੰਦਰੀ ਜੀ ਪਾਸ ਜਾਣ ਲਈ ਕਿਹਾ ਅਤੇ 5 ਸ਼ਸਤਰ, ਤਲਵਾਰ, ਖੰਜਰ, ਜਮਧਰ ਅਤੇ 2 ਖੰਡੇ ਬਖਸ਼ੇ। ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਉਹ ਮੋਹਰ ਵੀ ਦਿੱਤੀ ਜੋ ਹੁਕਮਨਾਮੇ ਜਾਰੀ ਕਰਨ ਵੇਲੇ ਲਗਾਉਂਦੇ ਸਨ। ਕਿਤਨਾ ਮਾਣ ਦਿੰਦੇ ਸਨ ਗੁਰੂ ਜੀ ਖਾਲਸੇ ਦੀ ਮਾਂ ਨੂੰ। ਮਾਤਾ ਜੀ ਵੀ ਗੁਰੂ ਜੀ ਤੋਂ ਆਗਿਆ ਲੈ ਦਿੱਲੀ ਆ ਗਏ। ਜਦੋਂ ਕਲਗੀਧਰ ਜੀ ਤੇ ਪਹਿਲਾਂ ਹਮਲੇ ਤੇ ਫਿਰ ਜੋਤੀ ਜੋਤ ਸਮਾਉਣ ਦੀ ਖਬਰ ਮਾਤਾਵਾਂ ਨੂੰ ਦਿੱਲੀ ਮਿਲੀ ਤਾਂ ਮਾਤਾ ਸਾਹਿਬ ਕੌਰ ਜੀ ਕਿਤਨੀ ਦੇਰ ਸਮਾਧੀ ਸਥਿਰ ਰਹੇ। ਦੁਰਲਭ ਦੇਹੀ ਹੋ ਗਈ। ਅਲਪ ਆਹਾਰ ਤਾਂ ਅੱਗੇ ਹੀ ਸੀ, ਚਿੜੀ ਚੋਗ ਹੋ ਗਈ। ਫਿਰ ਦਿੱਤੀ ਹੋਈ ਪੋਥੀ ਵਿੱਚੋਂ ਪਾਠ ਕਰਨ ਲੱਗ ਪਏ। ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੁਆਰਾ ਉਪਦੇਸ਼ ਦੇ ਕੇ ਵਾਹਿਗੁਰੂ ਦਾ ਭਾਣਾ ਮਿੱਠਾ ਮੰਨਣ ਲਈ ਕਿਹਾ। ਦੋਵੇਂ ਮਾਤਾਵਾਂ ਦਿੱਲੀ ਤੋਂ ਮਥੁਰਾ ਆ ਗਈਆਂ। ਬਾਦਸ਼ਾਹ ਸ਼ਾਹ ਦਾ ਆਦਰ ਕਰਦਾ ਰਿਹਾ, ਪਰ ਫਰਖਸ਼ੀਅਰ ਨੇ ਅਤਿਆਚਾਰਾਂ ਦੀ ਹਨੇਰੀ ਚਲਾ ਦਿੱਤੀ। ਫਰਖਸ਼ੀਅਰ ਦੀ ਮ੍ਰਿਤੂ ਪਿੱਛੋਂ ਆਪ ਜੀ ਫਿਰ ਦਿੱਲੀ ਆ ਗਏ। ਨਵੇਂ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਦਾ ਵਜ਼ੀਰ ਆਜ਼ਮ ਬੜਾ ਆਦਰ ਕਰਦਾ ਸੀ। ਮਾਤਾ ਸਾਹਿਬ ਕੌਰ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆਇਆ ਜਾਣ ਮਾਤਾ ਸੁੰਦਰੀ ਜੀ ਕੋਲੋਂ ਆਗਿਆ ਲਈ। ਇਸ਼ਨਾਨ ਕੀਤਾ, ਚਿੱਟੇ ਬਸਤਰ ਪਹਿਨੇ, ਨਿਤਨੇਮ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਆਪੂ ਵਾਕ ਲਿਆ
ਤੇ ਮੱਥਾ ਟੇਕ ਆਪਣੇ ਪ੍ਰਾਣ ਤਿਆਗ ਦਿੱਤੇ। ਇਹ ਘਟਨਾ ਸੰਨ 1747 ਬਿਕਰਮੀ 1804 ਨੂੰ ਹੋਈ। ਅਕਾਲ ਚਲਾਣੇ ਸਮੇਂ ਉਹਨਾਂ ਦੀ ਉਮਰ 66 ਕੁ ਸਾਲ ਦੀ ਸੀ। ਆਪ ਜੀ ਦਾ ਸੰਸਕਾਰ ਬਾਲਾ ਸਾਹਿਬ ਵਿਖੇ ਕੀਤਾ ਗਿਆ। ਮਾਤਾ ਸਾਹਿਬ ਕੌਰ ਜੀ ਦੇ ਲਿਖੇ 8 ਹੁਕਮਨਾਮੇ ਮਿਲਦੇ ਹਨ। ਇਹਨਾਂ ਸਾਰਿਆਂ ਹੁਕਮਨਾਮਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਆਪਣੇ ਬੇਟੇ ਪੰਥ ਨਾਲ ਉਹ ਕਿਤਨਾ ਪਿਆਰ ਕਰਦੇ ਸਨ। ਹਰ ਹੁਕਮਨਾਮੇ ਤੁਸੀਂ ਮੇਰੇ ਪੁੱਤ ਫਰਜ਼ੰਦ ਹੋ ਦੇ ਸ਼ਬਦ ਜ਼ਰੂਰ ਲਿਖਦੇ। ਅਰਦਾਸ ਸਦਾ ਵਾਹਿਗੁਰੂ ਦੇਗ ਤੇਗ ਫਤਿਹ ਕਰੇ ਦੀ ਕਰਦੇ। ਸੇਵਾ ਵੱਲ ਸਿੱਖਾਂ ਨੂੰ ਪ੍ਰੇਰਦੇ। ਜਿੱਥੇ ਪਾਣੀ ਦੀ ਥੁੜ ਦੀ ਖਬਰ ਮਿਲਦੀ ਉੱਥੇ ਉਸੇ ਸਮੇਂ ਨਵਾਂ ਖੂਹ ਖੁਦਵਾਉਣਾ ਤੇ ਜੋ ਵੀ ਖਰਚਾ ਹੁੰਦਾ ਉਹ ਸਰਕਾਰ ਦੇ ਲੇਖੇ ਲਾਉਣ ਦਾ ਹੁਕਮ ਜਾਰੀ ਕੀਤਾ। ਹਰ ਮਾਂ ਦੀ ਇੱਛਾ ਹੁੰਦੀ ਹੈ ਕਿ ਉਸਦਾ ਪੁੱਤਰ ਮਾਂ ਦਾ ਨਾਂ ਰੋਸ਼ਨ ਕਰੇ। ਅੱਜ ਖਾਲਸੇ ਦਾ ਇਹ ਹੀ ਫਰਜ਼ੇ ਅਵਲੀਨ ਹੈ ਕਿ ਮਾਤਾ ਜੀ ਦੇ ਹੁਕਮਾਂ 'ਤੇ ਪਹਿਰਾ ਦੇਵੇ। ਜੋ ਆਦਰਸ਼ ਸਿਮਰਨ ਸੇਵਾ ਕੁਰਬਾਨੀ ਜੱਤ ਸੱਤ ਦੇ ਸਾਹਮਣੇ ਰੱਖੇ ਸਨ ਉਹਨਾਂ 'ਤੇ ਜਾਨ ਵਾਰ ਵੀ ਪਹਿਰਾ ਦੇਵੇ। ਕਲਗੀਧਰ ਪਿਤਾ ਦਾ ਹੱਥ ਜੇ ਖਾਲਸੇ ਦੀ ਪਿੱਠ 'ਤੇ ਹੈ ਤਾਂ ਮਾਤਾ ਜੀ ਦੀ ਅਸੀਸ ਪੰਥ ਦੇ ਸੀਸ 'ਤੇ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।